एक बड़ी ही प्रसिद्ध कहानी है कि एक सम्राट ने अपने सारे बुद्धिमान विद्वानां मंत्रियों ਨੂੰ बुलाया ਤੇ ਕਿਹਾ कि मैं कुछ ऐसा सूत्र चाਹੁੰਦਾ ਹਾਂ जो बहुत छोटा ਹੋਵੇ। ਵੱਡੀਆਂ ਵੱਡੀਆਂ ਕਿਤਾਬਾਂ ਨਹੀਂ ਚਾਹੀਦੀਆਂ, ਵੱਡੇ ਵੱਡੇ ਗ੍ਰੰਥ ਨਹੀਂ ਚਾਹੀਦੇ, ਮੇਰੇ ਕੋਲ ਇਹਨਾਂ ਨੂੰ ਪੜ੍ਹਨ ਦੇ ਲਈ ਟਾਈਮ ਵੀ ਨਹੀਂ ਹੈ। ਮੈਂ ਇੱਕ ਐਸਾ ਸੂਤਰ ਚਾਹੁੰਦਾ ਹਾਂ ਜੋ ਹਰ ਸਮੇਂ ਕੰਮ ਆਵੇ ਤੇ ਇੱਕ ਹੀ ਵਚਨ ਵਿੱਚ ਪੂਰਾ ਹੋ ਜਾਵੇ। ਦੁੱਖ ਹੋਵੇ ਜਾਂ ਸੁੱਖ ਹੋਵੇ, ਜਿੱਤ ਹੋਵੇ ਜਾਂ ਹਾਰ ਹੋਵੇ, ਜੀਵਨ ਹੋਵੇ ਜਾਂ ਮੌਤ ਹੋਵੇ, ਸਭ ਦੇ ਵਿੱਚ ਕੰਮ ਆਵੇ। ਤੁਸੀਂ ਮੇਰੇ ਲਈ ਇੱਕ ਐਸਾ ਸੂਤਰ ਲੱਭ ਕੇ ਲਿਆਓ। ਉਹਨਾਂ ਸਾਰੇ ਬੁੱਧੀਮਾਨਾਂ ਨੇ ਬਹੁਤ ਮਿਹਨਤ ਕੀਤੀ, ਵੱਡੇ ਵੱਡੇ ਗ੍ਰੰਥ ਪੜ੍ਹੇ, ਵਾਦ ਵਿਵਾਦ ਵੀ ਕੀਤਾ, ਪਰ ਕੋਈ ਵੀ ਹੱਲ ਨਾ ਨਿਕਲਿਆ। ਥੱਕ ਕਰਕੇ ਉਹ ਸਾਰੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਸਾਰੇ ਗ੍ਰੰਥ ਤਾਂ ਪੜ੍ਹ ਲਏ, ਸਾਰੀਆਂ ਕਿਤਾਬਾਂ ਵੀ ਪੜ੍ਹ ਲਈਆਂ, ਵੱਡੇ ਵੱਡੇ ਗਿਆਨੀਆਂ ਨਾਲ ਵੀ ਵਾਦ ਵਿਵਾਦ ਕਰ ਲਿਆ, ਪਰ ਕੋਈ ਹੱਲ ਨਹੀਂ ਨਿਕਲਿਆ। ਸਾਡੀ ਸਮੱਸਿਆ ਜਿਉਂ ਦੀ ਤਿਉਂ ਹੈ। ਮੈਂ ਸੁਣਿਆ ਹੈ ਕਿ ਇੱਥੇ ਇੱਕ ਨਾਲ ਦੇ ਪਿੰਡ ਵਿੱਚ ਇੱਕ ਫਕੀਰ ਰਹਿੰਦਾ ਏ। ਲੋਕ ਕਹਿੰਦੇ ਨੇ ਕਿ ਉਹ ਬੋਧੀ ਏ ਤੇ ਆਤਮ ਗਿਆਨ ਨੂੰ ਪ੍ਰਾਪਤ ਕਰ ਚੁੱਕਿਆ ਏ। ਕਿਉਂ ਨਾ ਆਪਾਂ ਉਹਨਾਂ ਦੇ ਕੋਲ ਚੱਲੀਏ। ਤਾਂ ਉਹ ਸਾਰੇ ਜਾਣੇ ਸਲਾਹ ਕਰਕੇ ਮਹਾਤਮਾ ਦੇ ਕੋਲ ਚਲੇ ਗਏ। ਉਹਨਾਂ ਨੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ। ਮਹਾਤਮਾ ਨੇ ਮੰਤਰੀਆਂ ਦੀ ਸਾਰੀ ਗੱਲ ਸੁਣੀ ਤੇ ਫਿਰ ਕਿਹਾ ਕਿ ਤੁਸੀਂ ਮੈਨੂੰ ਆਪਣੇ ਸਮਰਾਟ ਦੇ ਕੋਲ ਲੈ ਚੱਲੋ, ਮੈਂ ਉਹਨਾਂ ਦਾ ਹੱਲ ਜ਼ਰੂਰ ਕਰ ਦੇਵਾਂਗਾ। ਬਾਬਾ ਜੀ ਦੇ ਇੱਕ ਹੱਥ ਵਿੱਚ ਅੰਗੂਠੀ ਪਾਈ ਹੋਈ ਸੀ ਤੇ ਫਿਰ ਮਹਾਤਮਾ ਜੀ ਸਮਰਾਟ ਦੇ ਕੋਲ ਗਏ, ਉਹਨਾਂ ਦੀ ਪੂਰੀ ਗੱਲ ਸੁਣੀ। ਫਿਰ ਮਹਾਤਮਾ ਜੀ ਨੇ ਆਪਣੇ ਹੱਥ ਵਿੱਚੋਂ ਅੰਗੂਠੀ ਕੱਢੀ ਤੇ ਸਮਰਾਟ ਨੂੰ ਦਿੰਦੇ ਹੋਏ ਕਿਹਾ ਕਿ ਇਹ ਅੰਗੂਠੀ ਨੂੰ ਆਪਣੇ ਹੱਥ ਵਿੱਚ ਪਾ ਲੈ। ਇਸ ਅੰਗੂਠੀ ਦੇ ਚਮਕਦਾਰ ਪੱਥਰ ਦੇ ਹੇਠਾਂ ਇੱਕ ਪਰਚੀ ਰੱਖੀ ਹੋਈ ਏ ਤੇ ਉਹਦੇ ਵਿੱਚ ਇੱਕ ਸੂਤਰ ਲਿਖਿਆ ਏ। ਇਹ ਮੇਰੇ ਗੁਰੂ ਨੇ ਮੈਨੂੰ ਦਿੱਤੀ ਸੀ ਤੇ ਮੈਂ ਇਹ ਤੈਨੂੰ ਦੇ ਰਿਹਾ ਹਾਂ। ਮੈਨੂੰ ਤਾਂ ਇਸ ਨੂੰ ਖੋਲ੍ਹ ਕੇ ਦੇਖਣ ਦੀ ਜ਼ਰੂਰਤ ਹੀ ਨਹੀਂ ਪਈ, ਇਸ ਲਈ ਅੱਜ ਤੱਕ ਇਸ ਨੂੰ ਮੈਂ ਖੋਲ੍ਹ ਕੇ ਹੀ ਨਹੀਂ ਦੇਖ ਸਕਿਆ। ਪਰ ਇਸ ਅੰਗੂਠੀ ਨੂੰ ਦੇਣ ਤੋਂ ਪਹਿਲਾਂ ਮੇਰੇ ਗੁਰੂ ਨੇ ਇੱਕ ਸ਼ਰਤ ਰੱਖੀ ਸੀ, ਜਦੋਂ ਕੋਈ ਰਸਤਾ ਨਾ ਬਚੇ, ਜਦੋਂ ਸਾਰੇ ਰਸਤੇ ਬੰਦ ਹੋ ਜਾਣ, ਤੈਨੂੰ ਲੱਗੇ ਕਿ ਹੁਣ ਕੁਝ ਨਹੀਂ ਰਿਹਾ, ਉਦੋਂ ਤੂੰ ਇਸ ਨੂੰ ਖੋਲ੍ਹ ਕੇ ਪੜ੍ਹੀ। ਪਰ ਉਹਨਾਂ ਦੀ ਕਿਰਪਾ ਨਾਲ ਸਾਰੀ ਜ਼ਿੰਦਗੀ ਵਿੱਚ ਕੋਈ ਐਸਾ ਸਮਾਂ ਆਇਆ ਹੀ ਨਹੀਂ ਜਦੋਂ ਮੈਂ ਇਸ ਨੂੰ ਖੋਲ੍ਹ ਕੇ ਦੇਖ ਸਕਾਂ। ਪਰ ਇਹਦੇ ਵਿੱਚ ਜ਼ਰੂਰ ਕੋਈ ਵੱਡਾ ਰਾਜ ਹੋਵੇਗਾ। ਤੁਸੀਂ ਇਹ ਮੁੰਦਰੀ ਮੇਰੇ ਤੋਂ ਲੈ ਲਵੋ, ਪਰ ਸ਼ਰਤ ਯਾਦ ਰੱਖਿਓ, ਇਸ ਦਾ ਵਚਨ ਮੈਨੂੰ ਦਿਓ ਕਿ ਜਦੋਂ ਕੋਈ ਰਸਤਾ ਨਾ ਰਹਿ ਜਾਵੇ, ਸਭ ਰਸਤੇ ਬੰਦ ਹੋ ਜਾਣ, ਤੁਸੀਂ ਉਦੋਂ ਹੀ ਇਸ ਮੁੰਦਰੀ ਨੂੰ ਖੋਲ੍ਹੋਗੇ, ਕਿਉਂਕਿ ਇਹ ਸੂਤਰ ਬਹੁਤ ਜ਼ਿਆਦਾ ਅਣਮੋਲ ਹੈ। ਜੇ ਤੁਸੀਂ ਇਸ ਨੂੰ ਉਂਝ ਹੀ ਖੋਲ੍ਹਿਆ ਤਾਂ ਇਹ ਖਰਾਬ ਹੋ ਜਾਵੇਗਾ, ਅਰਥਹੀਣ ਹੋ ਜਾਵੇਗਾ। ਰਾਜੇ ਨੇ ਮੁੰਦਰੀ ਨੂੰ ਆਪਣੇ ਹੱਥ ਵਿੱਚ ਪਾ ਲਿਆ। ਕਈ ਸਾਲ ਬੀਤ ਗਏ। ਇਸ ਵਿੱਚ ਕਈ ਵਾਰ ਉਸ ਦੇ ਮਨ ਵਿੱਚ ਵਿਚਾਰ ਵੀ ਆਇਆ ਕਿ ਉਹ ਮੁੰਦਰੀ ਨੂੰ ਖੋਲ੍ਹ ਕੇ ਦੇਖ ਲਵੇ, ਪਰ ਕਿਤੇ ਉਹ ਸੂਤਰ ਖਰਾਬ ਨਾ ਹੋ ਜਾਵੇ, ਇਹ ਡਰ ਕਰਕੇ ਉਹ ਉਸ ਨੂੰ ਦੇਖ ਨਹੀਂ ਸਕਿਆ। ਫਿਰ ਕਈ ਸਾਲਾਂ ਬਾਅਦ ਇੱਕ ਭਿਆਨਕ ਯੁੱਧ ਹੋਇਆ ਜਿਸ ਵਿੱਚ ਰਾਜੇ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ। ਉਸ ਦਾ ਰਾਜ ਉਸ ਤੋਂ ਖੋਹ ਲਿਆ ਗਿਆ। ਨੌਬਤ ਇੱਥੇ ਤੱਕ ਆ ਗਈ ਕਿ ਰਾਜੇ ਨੂੰ ਆਪਣੀ ਜਾਨ ਬਚਾਉਣ ਦੇ ਲਈ ਘੋੜੇ 'ਤੇ ਸਵਾਰ ਹੋ ਕੇ ਭੱਜਣਾ ਪਿਆ। ਰਾਜ ਗਿਆ, ਸੰਗੀ ਸਾਥੀ ਗਏ, ਦੋਸਤ ਮਿੱਤਰ ਗਏ, ਰਿਸ਼ਤੇਦਾਰ ਵੀ ਵਿਛੜ ਗਏ। 2-4 ਸੈਨਿਕ ਰਾਜੇ ਦੇ ਨਾਲ ਸੀ, ਉਹ ਵੀ ਪਿੱਛੇ ਰਹਿ ਗਏ, ਕਿਉਂਕਿ ਰਾਜ ਦੇ ਨਾਲ ਹੀ ਰਾਜਾ ਹੁੰਦਾ ਏ। ਜਦੋਂ ਰਾਜ ਹੀ ਨਹੀਂ ਰਿਹਾ ਤਾਂ ਫਿਰ ਰਕਸ਼ਾ ਕਾਹਦੀ ਕਰਨੀ ਸੀ। ਥੋੜ੍ਹੀ ਦੇਰ ਜਾਂਦੇ ਜਾਂਦੇ ਜੰਗਲ ਵਿੱਚ ਰਾਜਾ ਇਕੱਲਾ ਰਹਿ ਗਿਆ। ਵਿਰੋਧੀ ਸੈਨਿਕ ਰਾਜੇ ਦਾ ਪਿੱਛਾ ਕਰ ਰਹੇ ਸੀ। ਰਾਜਾ ਆਪਣੀ ਜਾਨ ਬਚਾਉਣ ਦਾ ਮਾਰਾ ਇੱਕ ਪਹਾੜੀ ਰਸਤੇ ਵੱਲ ਹੋ ਤੁਰਿਆ। ਵਿਰੋਧੀ ਸੈਨਿਕਾਂ ਦੇ ਘੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਰਾਜੇ ਨੂੰ ਸੁਣਾਈ ਦੇ ਰਹੀਆਂ ਸਨ। ਰਾਜੇ ਦੇ ਪ੍ਰਾਣ ਸੰਕਟ ਵਿੱਚ ਸਨ। ਰਾਜੇ ਦੀ ਜਾਨ ਹਲਕ ਵਿੱਚ ਆਈ ਹੋਈ ਸੀ। ਥੋੜ੍ਹੀ ਦੂਰ ਜਾਣ 'ਤੇ ਰਾਜੇ ਨੇ ਦੇਖਿਆ ਕਿ ਅੱਗੇ ਰਸਤਾ ਖਤਮ ਹੋ ਗਿਆ ਏ। ਸਾਹਮਣੇ ਇੱਕ ਬਹੁਤ ਭਿਆਨਕ ਗਹਿਰੀ ਖਾਈ ਏ। ਉਹ ਪਿੱਛੇ ਨਹੀਂ ਮੁੜ ਸਕਦਾ ਕਿਉਂਕਿ ਦੁਸ਼ਮਣ ਸੈਨਿਕ ਉਸ ਦਾ ਪਿੱਛਾ ਕਰ ਰਹੇ ਸੀ। ਰਾਜਾ ਇੱਕ ਪਲ ਦੇ ਲਈ ਸੁੰਨ ਹੋ ਗਿਆ। ਫਿਰ ਉਸ ਨੂੰ ਸਾਧੂ ਦੀਆਂ ਕਹੀਆਂ ਹੋਈਆਂ ਗੱਲਾਂ ਯਾਦ ਆਈਆਂ ਤਾਂ ਉਸਨੇ ਆਪਣੇ ਹੱਥ ਵਿੱਚੋਂ ਮੁੰਦਰੀ ਕੱਢੀ ਤੇ ਪੱਥਰ ਨੂੰ ਹਟਾ ਕੇ ਉਹ ਪਰਚੀ ਖੋਲ੍ਹੀ। ਪਰਚੀ ਵਿੱਚ ਲਿਖਿਆ ਸੀ ਕਿ ਇਹ ਵਕਤ ਵੀ ਗੁਜ਼ਰ ਜਾਵੇਗਾ। ਸੂਤਰ ਪੜ੍ਹਦੇ ਸਾਰ ਹੀ ਰਾਜੇ ਦੇ ਚਿਹਰੇ ਉੱਤੋਂ ਚਿੰਤਾ ਗਾਇਬ ਹੋ ਗਈ। ਫਿਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਸਭ ਬੀਤ ਗਿਆ, ਮੈਂ ਸਮਰਾਟ ਨਹੀਂ ਰਿਹਾ, ਮੇਰਾ ਸਮਰਾਜ ਚਲਾ ਗਿਆ। ਸੁੱਖ ਦੇ ਦਿਨ ਬੀਤ ਗਏ, ਜਦੋਂ ਸੁੱਖ ਬੀਤ ਗਿਆ ਤਾਂ ਫਿਰ ਦੁੱਖ ਵੀ ਬੀਤ ਜਾਵੇਗਾ। ਇਹ ਪੜ੍ਹਦੇ ਸਾਰ ਰਾਜੇ ਦਾ ਦਿਮਾਗ ਸ਼ਾਂਤ ਹੋ ਗਿਆ। ਜੋ ਸਰੀਰ ਡਰ ਦੇ ਮਾਰੇ ਕੰਬ ਰਿਹਾ ਸੀ ਉਹ ਵੀ ਇੱਕਦਮ ਸਥਿਰ ਹੋ ਗਿਆ। ਉਸਨੇ ਸੋਚਿਆ ਕਿ ਸੂਤਰ ਠੀਕ ਹੀ ਕਹਿੰਦਾ ਏ, ਹੁਣ ਕਰਨ ਨੂੰ ਕੁਝ ਨਹੀਂ ਬਚਿਆ। ਪਰ ਸੂਤਰ ਨੇ ਜਿਵੇਂ ਉਹਦੇ ਅੰਦਰ ਇੱਕ ਤਾਰ ਛੇੜ ਦਿੱਤੀ ਹੋਵੇ, ਇਹ ਵੀ ਬੀਤ ਜਾਵੇਗਾ। ਇਹ ਸਮਝ ਆਉਂਦੇ ਹੀ ਉਹਦੇ ਡਰ ਦਾ ਸੁਪਨਾ ਟੁੱਟ ਗਿਆ। ਹੁਣ ਉਹ ਡਰਿਆ ਹੋਇਆ ਨਹੀਂ ਸੀ, ਬੇਚੈਨ ਨਹੀਂ ਸੀ, ਘਬਰਾਇਆ ਹੋਇਆ ਨਹੀਂ ਸੀ। ਉਹ ਬਿਲਕੁਲ ਸ਼ਾਂਤ ਹੋ ਗਿਆ ਤੇ ਇੱਕ ਜਗ੍ਹਾ 'ਤੇ ਕਿਨਾਰੇ ਹੋ ਕੇ ਬੈਠ ਗਿਆ। ਸੰਜੋਗ ਦੀ ਗੱਲ ਸੀ ਕਿ ਥੋੜ੍ਹੀ ਦੇਰ ਤੱਕ ਤਾਂ ਘੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ, ਫਿਰ ਉਹ ਵੀ ਬੰਦ ਹੋ ਗਈਆਂ। ਸ਼ਾਇਦ ਸੈਨਿਕ ਕਿਸੇ ਹੋਰ ਰਸਤੇ ਮੁੜ ਗਏ ਸੀ। ਸੰਘਣੇ ਜੰਗਲ ਤੇ ਸੁੰਨਸਾਨ ਇਲਾਕੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸਮਰਾਟ ਕਿਸ ਰਸਤੇ ਗਿਆ ਏ। ਥੋੜ੍ਹੀ ਦੇਰ ਬਾਅਦ ਘੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਦੂਰ ਹੋ ਗਈਆਂ। ਫਿਰ ਰਾਜੇ ਨੇ ਉਹ ਮੁੰਦਰੀ ਪਹਿਨ ਲਈ। ਕੁਝ ਦਿਨਾਂ ਬਾਅਦ ਦੁਬਾਰਾ ਰਾਜੇ ਨੇ ਆਪਣੇ ਬਚੇ ਹੋਏ ਸੈਨਿਕ ਤੇ ਮਿੱਤਰਾਂ ਨੂੰ ਇਕੱਠੇ ਕਰ ਲਿਆ। ਫਿਰ ਉਸਨੇ ਵਾਪਸ ਆਪਣੇ ਦੁਸ਼ਮਣ 'ਤੇ ਹਮਲਾ ਕੀਤਾ ਤੇ ਦੁਸ਼ਮਣ ਨੂੰ ਹਰਾ ਕੇ ਆਪਣਾ ਰਾਜ ਭਾਗ ਵਾਪਸ ਲੈ ਲਿਆ। ਫਿਰ ਰਾਜਾ ਆਪਣੇ ਸਿੰਘਾਸਨ 'ਤੇ ਬੈਠ ਗਿਆ। ਜਦੋਂ
ਜਦੋਂ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਸੀ ਤਾਂ ਉਹ ਬਹੁਤ ਆਨੰਦਿਤ ਹੋ ਰਿਹਾ ਸੀ। ਉਹਦਾ ਸੀਨਾ ਫ਼ਕਰ ਨਾਲ ਚੌੜਾ ਹੋ ਰਿਹਾ ਸੀ। ਉਹਦਾ ਮਨ ਚਿਲਾ ਚਿਲਾ ਕੇ ਆਪਣੀ ਪ੍ਰਜਾ ਨੂੰ ਇਹ ਕਹਿਣਾ ਚਾਹ ਰਿਹਾ ਸੀ ਕਿ ਦੇਖੋ ਦੇਖੋ, ਮੈਂ ਉਹੀ ਸਮਰਾਟ ਹਾਂ ਜਿਸ ਨੇ ਆਪਣਾ ਖੋਇਆ ਹੋਇਆ ਸਮਾਨ ਤੇ ਸਾਮਰਾਜ ਵਾਪਸ ਜਿੱਤ ਲਿਆ ਹੈ। ਮੈਂ ਇੱਕ ਯੋਧਾ ਹਾਂ। ਗਰਵ ਤੇ ਘਮੰਡ ਨਾਲ ਉਹਦਾ ਸਿਰ ਉੱਚਾ ਹੋਈ ਜਾ ਰਿਹਾ ਸੀ। ਤੇ ਫਿਰ ਰਾਜੇ ਦੇ ਚਿਹਰੇ ਤੇ ਉਸ ਚਮਕਦਾਰ ਪੱਥਰ ਦੀ ਰੌਸ਼ਨੀ ਪਈ ਤਾਂ ਰਾਜੇ ਨੂੰ ਪਰਚੀ ਤੇ ਲਿਖਿਆ ਹੋਇਆ ਯਾਦ ਆਇਆ। ਤਾਂ ਰਾਜੇ ਦਾ ਸਾਰਾ ਉਲਾਸ, ਘਮੰਡ, ਆਨੰਦ ਚਕਨਾਚੂਰ ਹੋ ਗਿਆ। ਰਾਜਾ ਇੱਕਦਮ ਸ਼ਾਂਤ ਹੋ ਗਿਆ। ਰਾਜੇ ਦੇ ਵਜ਼ੀਰਾਂ ਨੇ ਪੁੱਛਿਆ ਕਿ ਤੁਸੀਂ ਤਾਂ ਬਹੁਤ ਹੀ ਪ੍ਰਸੰਨ ਸੀ, ਕੀ ਹੋਇਆ, ਇੱਕਦਮ ਸ਼ਾਂਤ ਕਿਵੇਂ ਹੋ ਗਏ? ਤਾਂ ਫਿਰ ਸਮਰਾਟ ਨੇ ਕਿਹਾ ਕਿ ਇਹ ਵਕਤ ਵੀ ਗੁਜ਼ਰ ਜਾਵੇਗਾ। ਜਦੋਂ ਸਭ ਬੀਤ ਜਾਵੇਗਾ ਤਾਂ ਸੰਸਾਰ ਵਿੱਚ ਨਾ ਤਾਂ ਦੁਖੀ ਹੋਣ ਲਈ ਕੁਝ ਬਚੇਗਾ ਤੇ ਨਾ ਹੀ ਖੁਸ਼ ਹੋਣ ਨੂੰ ਕੁਝ ਬਚੇਗਾ। ਅੱਜ ਜੋ ਵੀ ਚੰਗਾ ਮਾੜਾ ਤੁਹਾਡੇ ਕੋਲ ਹੈ ਸਭ ਗੁਜ਼ਰ ਜਾਵੇਗਾ। ਜੇਕਰ ਇਹ ਸੂਤਰ ਸਾਡੀ ਸਮਝ ਵਿੱਚ ਆ ਗਿਆ ਤਾਂ ਅਸੀਂ ਦੇਖਾਂਗੇ ਕਿ ਸਾਰੇ ਦੁੱਖਾਂ ਸੁੱਖਾਂ ਤੋਂ ਸਾਡੀ ਪਕੜ ਢਿੱਲੀ ਹੋ ਜਾਵੇਗੀ। ਅਸੀਂ ਹੌਲੀ ਹੌਲੀ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਦੂਰ ਪਾਉਣ ਲੱਗਾਂਗੇ ਜੋ ਚੀਜ਼ਾਂ ਇੱਕ ਦਿਨ ਖਤਮ ਹੋ ਜਾਣਗੀਆਂ, ਜੋ ਚੀਜ਼ਾਂ ਇੱਕ ਦਿਨ ਚਲੀਆਂ ਜਾਣਗੀਆਂ। ਰਾਜੇ ਦੀਆਂ ਗੱਲਾਂ ਸੁਣ ਕੇ ਵਜ਼ੀਰਾਂ ਨੇ ਰਾਜੇ ਦੀ ਹਾਂ ਦੇ ਵਿੱਚ ਹਾਂ ਮਿਲਾਈ ਤੇ ਇੱਥੇ ਹੀ ਇਹ ਕਹਾਣੀ ਵੀ ਖਤਮ ਹੋ ਗਈ। ਹੁਣ ਮੋਰਲ ਆਫ ਦਾ ਸਟੋਰੀ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਕਾਹਦਾ ਮਾਣ ਕਰਨਾ, ਕਾਹਦੀ ਆਕੜ ਕਰਨੀ, ਕਿਸ ਗੱਲ ਦਾ ਹੰਕਾਰ ਕਰਨਾ। ਬਚਪਨ ਬੀਤ ਗਿਆ, ਇਹ ਜਵਾਨੀ ਵੀ ਬੀਤ ਜਾਵੇਗੀ, ਫਿਰ ਬੁਢਾਪਾ ਆਵੇਗਾ। ਇਹਨਾਂ ਤਿੰਨਾਂ ਪਹਿਰਾਂ ਵਿੱਚ ਸਾਡੀ ਜ਼ਿੰਦਗਾਨੀ ਬੀਤ ਜਾਵੇਗੀ। ਸੋ ਦੋਸਤੋ, ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।